Hello guys. So today we will be discussing पंजाबी CBSE टर्म वन सैम्पल जो हमारा पेपर है, सैम्पल पेपर कह रहा हूँ, पूरा पेपर ही है। तो अगर देखा जाए तो ये वाला जो पेपर था वो काफ़ी थोड़ा सा ऑन द ईजियर साइड था। इतना ज़्यादा मुश्किल नहीं था जितना एक्सपेक्ट किया था। एंड इसमें जो था हमारा ਬਹੁਤ ਤੱਕ ਸ਼ਬਦ ਸੀਗੇ ਜਿਹੜੇ ਉਹ ਥੋੜ੍ਹੇ ਜਿਹੇ ਔਖੇ ਸੀਗੇ, ਬਾਕੀ ਸਾਰਾ ਤਾਂ ਪੇਪਰ ਮਤਲਬ ਈਜ਼ੀ ਸੀਗਾ। ਸੋ ਆਪਾਂ ਇਹਦੇ ਆਨਸਰਸ ਵੀ ਕਰ ਲਾਂਗੇ ਹੁਣ ਨਾਲ ਦੇ ਨਾਲ। ਤਾਂ ਇੱਥੇ ਦੇਖੋ, ਪਹਿਲਾ ਸੀਗਾ ਪਾਰਟ ਸੀਗਾ ਆਪਣੇ ਕੋਲ ਪਾਰਟ ਏ। ਇਹਦੇ ਵਿੱਚ ਆਪਾਂ ਨੂੰ 2 ਤਾਂ ਪੈਰੇ ਸੀਗੇ ਅਤੇ 1 ਕਾਵ ਟੁਕੜੀ ਸੀ। 6 ਪ੍ਰਸ਼ਨ ਪੁੱਛੇ ਸੀ, 5 ਕਰਨੇ ਸੀਗੇ। ਅਤੇ ਹਾਂ, ਹੁਣ ਆਪਾਂ ਦੇਖਦੇ ਹਾਂ। ਠੀਕ ਹੈ ਨਾ। ਪਹਿਲਾ ਕੁਐਸਚਨ, ਅਸੀਂ ਮਾਂ ਬੋਲੀ ਤੋਂ ਕੀ ਸਿੱਖਦੇ ਹਾਂ। ਤਾਂ ਜਿਵੇਂ ਤੁਸੀਂ ਸੈਕਿੰਡ ਲਾਈਨ 'ਚ ਦੇਖ ਹੀ ਸਕਦੇ ਹੋ, ਸੈਕਿੰਡ ਲਾਈਨ ਲਾਸਟ ਦੇ ਵਿੱਚ, ਮਾਂ ਬੋਲੀ ਦੀ ਮਿਠਾਸ ਵਿਅਕਤੀ ਦੇ ਧੁਰ ਅੰਦਰ ਤੀਕਰ ਲੈ ਜਾਂਦੀ ਹੈ। ਉਹ ਹਰ ਸਮੇਂ ਮਿੱਠਾ ਅਤੇ ਨਿਮਰਤਾ ਭਰਿਆ ਵਰਤਾਓ ਕਰਨ ਲਈ ਪ੍ਰੇਰਦੀ ਹੈ। ਤਾਂ ਇਹਦਾ ਆਨਸਰ ਕੀ ਹੋ ਜਾਣਾ ਸੀ? ਮਿੱਠਤ ਅਤੇ ਨਿਮਰਤਾ। ਠੀਕ ਹੈ। ਉਸ ਤੋਂ ਬਾਅਦ ਸੀਗਾ ਕੁਐਸਚਨ ਨੰਬਰ 2, ਸਥਾਈ ਅਤੇ ਪੱਕੀ ਜਾਣਕਾਰੀ ਦਾ ਸੋਮਾ ਕਿਹੜਾ ਹੈ। ਤਾਂ ਇਹ ਵੀ ਮਤਲਬ ਸੈਕਿੰਡ ਲਾਈਨ ਦੇ ਵਿੱਚ ਹੀ ਹੈ ਇਹਦਾ ਆਨਸਰ। ਮਾਂ ਬੋਲੀ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਸਥਾਈ, ਪੱਕੀ ਅਤੇ ਵਿਸ਼ਾਲ ਹੁੰਦੀ ਹੈ। ਤਾਂ ਇਹਦਾ ਸੋਮਾ ਕੀ ਹੋਊਗਾ? ਮਾਂ ਬੋਲੀ। ਠੀਕ ਹੈ। ਕੁਐਸਚਨ ਨੰਬਰ 3 ਜਿਹੜਾ ਸੀਗਾ ਆਪਣੇ ਕੋਲ ਉਹ ਸੀਗਾ, ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਤਾਂ ਇਹ ਤਾਂ ਮਤਲਬ ਆਈ ਥਿੰਕ ਐਨ ਐਡ ਔਨ ਹੀ ਸੀਗਾ, ਕਾਫੀ ਜ਼ਿਆਦਾ ਵਧੀਆ ਸੀਗਾ, ਸੌਖਾ ਵੀ ਸੀਗਾ। ਅਤੇ ਇਹਦਾ ਸਹੀ ਆਨਸਰ ਹੋ ਜਾਣਾ ਸੀ ਸੀ, ਆਲੇ ਦੁਆਲੇ। ਬਿਕੋਜ਼ ਇਹ ਇੱਕ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੋਇਆ ਸਮਾਸੀ ਸ਼ਬਦ ਹੈ। ਇੱਕ ਸਾਰਥਕ ਅਤੇ ਨਿਰਾਰਥਕ, ਇਹ ਮਤਲਬ ਬੁੱਕ 'ਚ ਜਿਹਨੇ ਸਮਾਸੀ ਸ਼ਬਦ ਪੜ੍ਹੇ ਹੋਣਗੇ ਉਹਨੂੰ ਵੀ ਆਉਂਦਾ ਉਹ ਹੋਊਗਾ। ਅਤੇ ਨਾਲੇ ਵੈਸੇ ਵੀ ਸਮਾਸੀ ਸ਼ਬਦਾਂ ਦਾ ਇੱਕ ਉਹ ਹੁੰਦਾ ਪਛਾਣ ਉਹਦੀ, ਵੀ ਉਹਦੇ ਵਿੱਚ ਕੀ ਲੱਗੀ ਹੁੰਦੀ ਹੈ? ਜੋੜਨੀ, ਯਾਨੀ ਕਿ ਜੋ ਹਾਈਫਨ ਆਪਾਂ ਕਹਿੰਦੇ ਇੰਗਲਿਸ਼ 'ਚ, ਪੰਜਾਬੀ 'ਚ ਜੋੜਨ ਲੱਗੀ ਹੁੰਦੀ ਹੈ। ਉਪਰੋਕਤ ਪੈਰੇ ਦਾ ਸਿਰਲੇਖ ਨਹੀਂ ਹੋ, ਤਾਂ ਕੁਆਇਟ ਓਬਵੀਅਸ ਸੀਗਾ, ਮਾਂ ਬੋਲੀ ਦੇ ਬਾਰੇ ਗੱਲ ਕੀਤੀ ਹੋਈ ਹੈ। ਤਾਂ ਸਿਰਲੇਖ ਕੀ ਹੋਣਾ ਸੀ? ਮਾਂ ਬੋਲੀ। ਤਿਆਗ ਦਾ ਵਿਰੋਧੀ ਸ਼ਬਦ ਚੁਣੋ। ਠੀਕ ਹੈ। ਤਾਂ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਤਿਆਗ ਕਰਦੇ ਹਾਂ, ਕਿਸੇ ਚੀਜ਼ ਨੂੰ ਛੱਡਦੇ ਹਾਂ, ਉਹਨੂੰ ਆਪਾਂ ਤਿਆਗ ਕਹਿੰਦੇ ਹਾਂ। ਇਸ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਲਾਸਟ 3rd ਲਾਈਨ 'ਚ, ਮਾਂ ਬੋਲੀ ਨੂੰ ਤਿਆਗ ਕੇ ਮਹਾਨ ਕੋਈ ਵੀ ਨਹੀਂ ਬਣ ਸਕਦਾ। ਮਾਂ ਬੋਲੀ ਨੂੰ ਛੱਡ ਕੇ, ਮਾਂ ਬੋਲੀ ਨੂੰ ਸੁੱਟ ਕੇ, ਤਿਆਗਣਾ, ਦੇਣਾ, ਮਤਲਬ ਸਾਰੇ ਗਿਵ ਵਾਲੇ ਹੈ। ਬਟ ਟੇਕ ਵਾਲਾ ਕੋਈ ਵੀ ਨਹੀਂ ਹੈਗਾ ਇੱਥੇ। ਕੀ ਹੈ? ਅਪਣਾਉਣਾ। ਮਾਂ ਬੋਲੀ ਨੂੰ ਅਪਣਾ ਕੇ ਕੋਈ ਮਹਾਨ ਨਹੀਂ ਬਣ ਸਕਦਾ ਨਾ, ਮਾਂ ਬੋਲੀ ਨੂੰ ਤਾਂ ਸਗੋਂ ਅਪਣਾਉਣਾ ਚਾਹੀਦਾ। ਤਾਂ ਇਹਦਾ ਤਿਆਗ ਦਾ ਵਿਰੋਧੀ ਸ਼ਬਦ ਕੀ ਹੋ ਜਾਣਾ ਸੀ? ਅਪਣਾਉਣਾ। ਨੈਕਸਟ ਸੀਗਾ ਕੁਐਸਚਨ ਨੰਬਰ 6, ਦੂਜੀਆਂ ਬੋਲੀਆਂ ਨੂੰ ਚੰਗੀ ਤਰ੍ਹਾਂ ਕੌਣ ਸਿੱਖ ਸਕਦਾ ਹੈ। ਤਾਂ ਇਹਦਾ ਆਨਸਰ ਬਿਲਕੁਲ ਲਾਸਟ ਲਾਈਨ 'ਚ ਹੈ। ਇਹ ਮਾਂ ਬੋਲੀ ਹੀ ਹੁੰਦੀ ਹੈ ਜਿਸ ਨੂੰ ਸਿੱਖਣ ਮਗਰੋਂ ਵਿਅਕਤੀ ਦੂਜੀਆਂ ਅਨੇਕ ਬੋਲੀਆਂ ਉੱਪਰ ਮੁਹਾਰਤ ਹਾਸਲ ਕਰ ਸਕਦਾ ਹੈ। ਤਾਂ ਸਿੰਪਲੀ ਮਾਂ ਬੋਲੀ। ਠੀਕ ਹੈ ਨਾ। ਜ਼ਰੂਰੀ ਨਹੀਂ ਆ ਵੀ ਹੁਣ ਜਿਹੜੀਆਂ ਲੈਂਗੁਏਜਿਸ ਹੀ ਆ ਉਹੀ ਮਤਲਬ ਤੁਹਾਡੀ ਤਰੱਕੀ ਦਾ ਜਾਂ ਤੁਹਾਡੀ ਨੌਲੇਜ ਦਾ ਗ੍ਰਾਫ ਦੱਸਦੀਆਂ। ਐਵੇਂ ਨਹੀਂ ਹੈਗਾ ਵੀ ਜੇ ਕਿਸੇ ਨੂੰ ਇੰਗਲਿਸ਼ ਆਉਂਦੀ ਆ ਤਾਂ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਜਿਹੜਾ ਹੈਗਾ, ਮਤਲਬ ਬਹੁਤ ਜ਼ਿਆਦਾ ਤੁਹਾਡੇ ਤੋਂ ਇੰਟੈਲੀਜੈਂਟ ਹੈ। ਲੈਂਗੁਏਜ ਇਜ਼ ਨੋਟ ਦ ਮੈਜਰ ਫॉर ਨੌਲੇਜ। ਓਕੇ। ਤਾਂ ਐਵੇਂ ਵੀ ਹੋ ਸਕਦਾ ਵੀ ਜੇ ਕਿਸੇ ਨੂੰ ਪੰਜਾਬੀ ਆਉਂਦੀ ਹੈ, ਹਿੰਦੀ ਆਉਂਦੀ ਹੈ, ਤਾਂ ਵੀ ਉਹ ਬਹੁਤ ਜ਼ਿਆਦਾ ਮਤਲਬ ਇੰਟੈਲੀਜੈਂਟ ਹੋ ਸਕਦਾ। ਸਾਇੰਸ ਦੇ ਵਿੱਚ ਇੰਗਲਿਸ਼ ਆਉਣੀ ਜ਼ਰੂਰੀ ਨਹੀਂ ਹੁੰਦੀ, ਆਪਾਂ ਨੂੰ ਸਾਇੰਸ ਖੁਦ ਆਉਣੀ ਜ਼ਰੂਰੀ ਹੁੰਦੀ ਹੈ। ਉਹਨੂੰ ਮੀਡੀਅਮ ਉਹਨੂੰ ਲਿਖਣ ਦਾ ਕੋਈ ਵੀ ਹੋ ਸਕਦਾ। ਸੋ ਇਹ ਸੀ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ ਮੈਨੂੰ ਪੈਰਾ ਨੰਬਰ 20 'ਤੇ। ਅਤੇ ਇਸ ਵਿੱਚ ਸੀਗਾ ਖੇਡਾਂ ਦੀ ਮਹੱਤਤਾ ਦੱਸੀ ਹੋਈ ਸੀ। ਇਹਦਾ 7th ਕੁਐਸਚਨ ਹੁਣ ਆਪਾਂ ਰੀਡ ਕਰਦੇ ਹਾਂ। ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਸ ਦੀ ਲੋੜ ਹੈ? ਓਬਵੀਅਸਲੀ ਖੇਡਾਂ ਦੀ, ਬਿਕੋਜ਼ ਸਾਰਾ ਇਹ ਖੇਡਾਂ 'ਤੇ ਹੀ ਇਹਦੇ ਉਹੀ ਦੱਸਿਆ ਹੋਇਆ ਇਹਨਾਂ ਨੇ, ਖੇਡਾਂ ਦੇ ਨੁਕਸਾਨ ਅਤੇ ਫਾਇਦੇ। 8ਵਾਂ, ਖੇਡਾਂ ਨਾਲ ਮਨੁੱਖ ਦੇ ਅੰਦਰ ਕਿਹੜੀ ਭਾਵਨਾ ਪੈਦਾ ਹੁੰਦੀ ਹੈ। ਤਾਂ ਇਹਦਾ ਆਨਸਰ ਸੀਗਾ ਲਾਸਟ 4th ਲਾਈਨ ਦੇ ਵਿੱਚ, ਜੋ ਕਿ ਹੈ, ਖੇਡਾਂ ਨਾਲ ਵਿਦਿਆਰਥੀ ਅੰਦਰ ਦੀ ਟਾਕਰੇ ਦੀ ਹਿੰਮਤ, ਮੁਕਾਬਲੇ ਦਾ ਸਾਹਸ ਪੈਦਾ ਹੋ ਜਾਂਦਾ ਹੈ। ਤਾਂ ਕਿਹੜੀ ਹਿੰਮਤ ਪੈਦਾ ਹੁੰਦੀ ਹੈ? ਟਾਕਰੇ ਦੀ। ਕਿਹੜੀ ਭਾਵਨਾ ਪੈਦਾ ਹੁੰਦੀ ਹੈ? ਟਾਕਰੇ ਦੀ। ਜੋ ਪੜ੍ਹਾਈ ਨਹੀਂ ਸਿਖਾ ਸਕਦਾ ਉਹ ਕੌਣ ਸਿਖਾਉਂਦਾ ਹੈ? ਬਿਲਕੁਲ ਲਾਸਟ ਲਾਈਨ ਵਿੱਚ ਹੀ ਪਿਆ ਹੈ। ਖੇਡਾਂ ਉਹ ਵੀ ਸਿਖਾਉਂਦੀਆਂ ਹਨ ਜੋ ਨਿਰੀ ਪੜ੍ਹਾਈ ਨਹੀਂ ਸਿਖਾ ਸਕਦੀ, ਤਾਂ ਖੇਡਾਂ ਉਹ ਸਿਖਾਉਂਦੀਆਂ ਹਨ। ਚੰਗਾ ਦਿਲ ਅਤੇ ਚੰਗਾ ਦਿਮਾਗ ਕਿਹੜੇ ਸਰੀਰ ਵਿੱਚ ਹੋ ਸਕਦਾ ਹੈ? ਤਾਂ ਇਹ ਫਸਟ ਲਾਈਨ ਦੇ ਵਿੱਚ ਹੀ ਹੈ। ਚੰਗਾ ਦਿਮਾਗ ਅਤੇ ਚੰਗਾ ਦਿਲ ਨਿਰੋਗ ਸਰੀਰ ਵਿੱਚ ਵੀ ਰਹਿ ਸਕਦੇ ਹਨ। ਠੀਕ ਹੈ। ਉਸ ਤੋਂ ਬਾਅਦ ਸੀਗਾ ਮੁਕਾਬਲਾ ਹੁੰਦਾ ਕੰਪੀਟੀਸ਼ਨ ਨੂੰ ਆਪਾਂ ਮਤਲਬ ਜਾਂ ਤਾਂ ਆਈ ਥਿੰਕ ਇਹ ਹਿੰਦੀ ਡਰਾਈਵਡ ਵਰਡ ਜਾਂ ਪ੍ਰਤੀਯੋਗਿਤਾ, ਇਹ ਹੋ ਜਾਂਦਾ ਮੁਕਾਬਲੇ ਦਾ ਸਮਾਨ ਅਰਥਕ, ਯਾਨੀ ਕਿ ਸਾਈਨੋਨੀਅਮ ਵੀ ਹੈਵ ਟੂ ਚੂਜ਼। ਦੈਨ ਆਫਟਰ ਵੀ ਹੈਡ 12th ਕੁਐਸਚਨ, ਦੈਟ ਇਜ਼ ਫਤਿਹ ਦਾ ਵਿਰੋਧੀ ਸ਼ਬਦ ਦੱਸੋ। ਫਤਿਹ ਹੁੰਦਾ ਆਪਣੀ ਜਿੱਤ। ਠੀਕ ਹੈ ਨਾ, ਕਿਸੇ ਚੀਜ਼ ਨੂੰ ਜਿੱਤ ਲੈਣਾ। ਤਾਂ ਇਹਦਾ ਵਿਰੋਧੀ ਸ਼ਬਦ ਕਾਫੀ ਹਾਰ ਸੀ। ਮੋਰਓਵਰ ਤੁਸੀਂ ਜੇ ਇੱਥੇ ਗੈਸ ਕਰਨਾ ਸੀ ਤਾਂ ਐਵੇਂ ਵੀ ਲਾ ਸਕਦੇ ਹੋ ਵੀ ਜਿੱਤ ਜਾਂ ਹਾਰ, ਦੋ ਤੁਹਾਨੂੰ ਪੂਰੇ ਓਪੋਜ਼ਿਟ ਆਪਸ਼ਨ ਦਿੱਤੇ ਹੋਏ, ਤਾਂ ਇਹਨਾਂ 'ਚ ਕੋਈ ਇੱਕ ਤਾਂ ਹੋਊਗੀ, ਜਾਂ ਤਾਂ ਜਿੱਤ ਹੋਊਗਾ ਜਾਂ ਹਾਰ ਹੋਊਗਾ। ਠੀਕ ਹੈ ਨਾ। ਨੈਕਸਟ ਸੀਗਾ ਆਪਣੇ ਕੋਲ ਕਾਵ ਟੁਕੜੀ ਸੀਗੀ। ਕਾਵ ਟੁਕੜੀ ਪੜ੍ਹਦੇ ਹਾਂ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੋਂ ਘਰੀ ਜਾਣ ਕਿਤੇ, ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ।
ਉਪਰੋਕਤ ਕਾਵਿ ਟੁਕੜੀ ਦੇ ਆਧਾਰ 'ਤੇ ਪੁੱਛੇ ਗਏ 6 ਪ੍ਰਸ਼ਨ ਵਿੱਚੋਂ ਕੋਈ 5 ਹੱਲ ਕਰੋ। ਤਾਂ ਆਪਾਂ ਕਰ ਲੈਂਦੇ, ਸਾਰੀ ਕਰ ਲੈਂਦੇ ਆਪਾਂ ਡਿਸਕਸ। 13th ਫੈਸਲੇ ਸੁਣਦੇ ਹੋਏ ਬੰਦੇ ਨੂੰ ਕੀ ਹੋ ਗਿਆ ਹੈ। ਇੱਥੇ ਸਿੰਪਲੀ ਸੈਕਿੰਡ ਲਾਈਨ ਵਿੱਚ ਲਿਖਿਆ ਹੋਇਆ ਉਹ ਸੁੱਕ ਗਏ ਹਨ, ਠੀਕ ਹੈ। ਦੈਨ ਆਫਟਰ ਵੀ ਹੈਵ 14th ਕੁਐਸਚਨ ਵਿਚ ਇਜ਼ ਕਵਿਤਾ ਅਨੁਸਾਰ ਬੰਦੇ ਕਿਸ ਕਾਰਨ ਬਿਰਖ ਹੋ ਗਏ ਹਨ। ਇਸ ਵਿੱਚ ਮਤਲਬ ਮੇਨ ਨਾ ਆਪਾਂ ਨੂੰ ਇਹੀ ਦੱਸਿਆ ਗਿਆ ਵੀ ਬੰਦੇ ਅਦਾਲਤ 'ਚ ਖੜ੍ਹੇ ਖੜ੍ਹੇ ਬਿਰਖ ਹੋ ਗਏ। ਬਿਰਖ ਯਾਨੀ ਕਿ ਪੇੜ, ਦਰਖਤ ਹੋ ਗਏ, ਉਹ ਸਟਿਲ ਹੈਗੇ ਆ, ਸਟਿਲ ਖੜ੍ਹੇ ਆ ਵਿਚਾਰੇ, ਵੀ ਉਹਨਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ। ਇਨਸਾਫ ਮਿਲਣ ਵਿੱਚ ਇੰਨਾ ਸਮਾਂ ਲੱਗ ਰਿਹਾ, ਇੰਨਾ ਮਤਲਬ ਲੰਬਾ ਉਹਨਾਂ ਨੂੰ ਟਾਈਮ ਲੱਗ ਰਿਹਾ ਵੀ ਫਿਰ ਇਹਦਾ ਫਾਇਦਾ ਹੀ ਕੀ ਨਾ ਜੁਡੀਸ਼ਰੀ ਦਾ, ਜੇ ਇੰਨਾ ਅਗਲੇ ਨੂੰ ਸਮਾਂ ਲੱਗ ਜਾਂਦਾ, ਇੰਨੇ ਸਾਲ ਲੱਗ ਜਾਂਦੇ ਇੱਕ ਕੇਸ ਸੁਲਝਾਉਣ 'ਚ। ਅਤੇ ਮਤਲਬ ਇਹਦੇ ਵਿੱਚ ਆਈ ਥਿੰਕ ਉਹੀ ਜਿਹੜਾ ਹਾਈਲਾਈਟ ਕੀਤਾ ਗਿਆ ਪੁਆਇੰਟ, ਤਾਂ ਇਹਦੇ ਵਿੱਚ ਆਊਗਾ ਕਿਸ ਕਾਰਨ ਬਿਰਖ ਹੋਏ ਹਨ ਫੈਸਲੇ ਦੀ ਉਡੀਕ ਵਿੱਚ। ਕਵੀ ਲੋਕਾਂ ਨੂੰ ਜਿਹੜੇ ਘਰਾਂ ਵਿੱਚ ਜਾਣ ਲਈ ਕਿਉਂ ਕਹਿ ਰਿਹਾ ਹੈ। ਕਵੀ ਉਹਨਾਂ ਨੂੰ ਇਸ ਲਈ ਕਹਿ ਰਿਹਾ ਕਿਉਂਕਿ ਇੱਥੇ ਦੇਖੋ, ਹੁਣ ਇੱਥੇ ਆਪਸ਼ਨਸ ਆ, ਉਸ ਦੇ ਹਿਸਾਬ 'ਤੇ ਆਪਾਂ ਕਰਦੇ ਹਾਂ ਜਿੱਤ ਅਤੇ ਹਾਰ, ਠੀਕ ਹੈ ਨਾ। ਜਿੱਤ ਅਤੇ ਹਾਰ ਦਾ ਇਹਨਾਂ ਨੇ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਵਿਦਨ ਦ ਕਾਵਿ ਟੁਕੜੀ। ਸੋ ਵੀ ਕਾਂਟ ਗੋ ਵਿਦ ਬੋਥ ਆਫ ਦ ਆਪਸ਼ਨਸ B and D। ਨਾਓ ਦ ਆਪਸ਼ਨਸ ਦੈਟ ਆਰ ਰਿਮੇਨਿੰਗ ਇਜ਼ A and C। ਤਾਂ ਹੁਣ ਦੇਖੋ ਤੁਸੀਂ ਲਾਸਟ 2 ਲਾਈਨਸ ਪੜ੍ਹੋ ਇਹਦੀਆਂ, ਕੀ ਲਿਖਿਆ ਹੋਇਆ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜ੍ਹੇ ਰਹਿਣਗੇ, ਠੀਕ ਹੈ ਨਾ। ਹੁਣ ਇਹਨਾਂ ਨੇ ਕਿਹਾ ਵੀ ਇਹ ਹੁਣ ਘਰੇ ਚਲੇ ਜਾਣ, ਪੋਇਮ ਦੇ ਵਿੱਚ ਕਿਹਾ ਵੀ ਇਹ ਸਾਰਿਆਂ ਨੂੰ ਜਾਓ ਘਰੇ ਜਾਣਾ ਆਪਦੇ, ਕਦੋਂ ਤੱਕ ਇੱਥੇ ਖੜ੍ਹੇ ਰਹਿਣਗੇ, ਠੀਕ ਹੈ। ਵੀ ਇਹਦਾ ਮਤਲਬ ਇਹ ਹੈ ਵੀ ਫੈਸਲਾ ਹੋ ਹੀ ਨਹੀਂ ਰਿਹਾ, ਠੀਕ ਹੈ ਨਾ, ਫੈਸਲਾ ਹੋ ਹੀ ਨਹੀਂ ਰਿਹਾ। ਇਹ ਕਦੋਂ ਤੱਕ ਇੱਥੇ ਖੜ੍ਹੇ ਰਹਿਣਗੇ। ਜਾਓ ਤੁਸੀਂ ਘਰੋਂ, ਤੁਸੀਂ ਇਨਸਾਫ ਦਾ ਇੱਕ ਵਾਰੀ ਮਤਲਬ ਛੱਡ ਦਿਓ, ਤੁਸੀਂ ਇਨਸਾਫ ਇੱਥੇ ਹੋ ਹੀ ਨਹੀਂ ਸਕਦਾ, ਜਾਓ ਤੁਸੀਂ ਘਰੇ ਆਪਦੇ। ਤਾਂ ਇਹਦਾ ਆਨਸਰ ਫਿਰ ਇਹਦਾ ਮਤਲਬ ਆਪਾਂ C ਆਪਸ਼ਨ ਵੀ ਐਲੀਮੀਨੇਟ ਕਰ ਸਕਦੇ ਹਾਂ, ਕਿਉਂਕਿ ਸਰਕਾਰ ਨੇ ਉਹਨਾਂ ਦੇ ਗੱਲ ਮੰਨ ਲਈ ਹੈ। ਇਹ ਆਪਸ਼ਨ ਮਤਲਬ ਹੈ ਨਾ ਬਣ ਨਹੀਂ ਸਕਦੀ, ਹਜੇ ਤੱਕ ਤਾਂ ਫੈਸਲਾ ਹੀ ਨਹੀਂ ਹੋਇਆ, ਤਾਂ ਹੀ ਤਾਂ ਕਹਿ ਰਿਹਾ ਵੀ ਜਾਓ ਕਦੋਂ ਤੱਕ ਖੜ੍ਹੇ ਰਹਿਣਗੇ ਇੱਥੇ। ਤਾਂ ਆਪਣੇ ਕੋਲ ਓਨਲੀ ਆਪਸ਼ਨ ਬਚਦੀ ਹੈ A, ਕਿਉਂਕਿ ਫੈਸਲਾ ਹੁਣ ਉਹਨਾਂ ਦੇ ਹੱਕ ਵਿੱਚ ਨਹੀਂ ਹੋਵੇਗਾ। ਬਿਰਖ ਸ਼ਬਦ ਦੇ ਕੀ ਅਰਥ ਹਨ। ਦਰਖਤ, ਇਹ ਹਿੰਦੀ ਦੇ ਜਿਵੇਂ ਵ੍ਰਿਕਸ਼ ਹੁੰਦਾ, ਵ੍ਰਿਕਸ਼ ਪੰਜਾਬੀ ਵਿੱਚ ਆ ਕੇ ਉਹ ਬਿਰਖ ਹੋ ਗਿਆ ਹੈ, ਬਿਰਖ, ਵ੍ਰਿਕਸ਼ ਵਗੈਰਾ, ਠੀਕ ਹੈ। ਅਤੇ ਉਹ ਤੋਂ ਦਰਖਤ, ਇੱਥੋਂ ਕਦੋਂ ਤੱਕ ਇਹ ਖੜ੍ਹੇ ਰਹਿਣਗੇ। ਸ਼ਬਦ ਵਿੱਚ ਤੀਕ ਸ਼ਬਦ ਕਿਸ ਲਈ ਵਰਤਿਆ ਗਿਆ ਹੈ। ਤਾਂ ਇੱਥੇ ਮਤਲਬ ਤੀਕ ਜਿਵੇਂ ਆਪਾਂ ਕਹਿੰਦੇ ਹਾਂ ਕਦੋਂ ਤੱਕ, कब तक यहाँ पर खड़े रहोगे, कब तक। तो ये क्या है, ਸਮਾਂ ਸੀਮਾ के टाइप्स में आ जाता है। ਤੀਕ ਤੱਕ ਨੂੰ ਕਈ ਵਾਰੀ ਤੀਕ ਵੀ ਲਿਖ ਦਿੰਦੇ ਆ, ਵਾਰ ਨੂੰ ਵੇਰ ਵੀ ਲਿਖ ਦਿੰਦੇ ਆ। ਤਾਂ ਇੱਥੇ ਮਤਲਬ ਤੀਕ ਦਾ ਸਿੰਪਲੀ ਹੈ ਸਮਾਂ ਸੀਮਾ। ਸੁੱਕ ਦਾ ਵਿਰੋਧੀ ਸ਼ਬਦ ਚੁਣੋ। ਹੁਣ ਸੁੱਕ ਦਾ ਵਿਰੋਧੀ ਸ਼ਬਦ ਅਕੋਰਡਿੰਗ ਟੂ ਮੀ ਇੱਥੇ ਗਿੱਲਾ ਹੀ ਹੋਣਾ ਚਾਹੀਦਾ ਹੈ, ਬਿਕੋਜ਼ ਉਹ ਫੈਸਲੇ ਸੁਣਦਿਆਂ ਸੁੱਕ ਗਏ, ਠੀਕ ਹੈ ਨਾ। ਬਿਰਖ ਕੀ ਹੁੰਦਾ, ਬਿਰਖ ਸੁੱਕ ਜਾਂਦੇ ਆ, ਠੀਕ ਹੈ ਨਾ। ਜਦੋਂ ਆਪਾਂ ਉਹਨੂੰ ਪਾਣੀ ਪਾਉਂਦੇ ਹਾਂ ਯਾਨੀ ਕਿ ਗਿੱਲਾ ਕਰਦੇ ਹਾਂ, ਉਹ ਫਿਰ ਮਤਲਬ ਉੱਗ ਜਾਂਦੇ ਆ। ਤਾਂ ਮੋਰਓਵਰ ਆਪਾਂ ਇਹ ਆਪਸ਼ਨ ਮਤਲਬ ਇਹ ਗੱਲ ਤੋਂ ਵੀ ਆਪਾਂ ਇਹਦਾ ਆਨਸਰ ਜਿਹੜਾ ਹੈਗਾ ਕਰ ਸਕਦੇ ਹਾਂ ਵੀ ਹੁਣ ਉੱਥੇ ਮਤਲਬ ਮੈਂ ਤਾਰ 'ਤੇ ਕੱਪੜੇ ਪਾਏ ਆ, ਮੈਂ ਐਵੇਂ ਕਹਿ ਸਕਦਾ ਤਾਰ 'ਤੇ ਕੱਪੜੇ ਸੁੱਕ ਗਏ, ਠੀਕ ਹੈ ਨਾ, ਜਾਂ ਤਾਰ 'ਤੇ ਕੱਪੜੇ ਗਿੱਲੇ ਹਨ। ਤਾਂ ਸੁੱਕਾ ਗਿੱਲਾ ਵਿਰੋਧੀ ਸ਼ਬਦ ਦੋਵੇਂ ਬਣਦੇ ਆ। ਓਕੇ, ਸੋ ਵੀ ਹੈਵ ਡਨ ਆਵਰ ਪਾਰਟ A। ਨਾਓ ਵੀ ਆਰ ਮੂਵਿੰਗ ਟੂ ਪਾਰਟ B ਵਿਚ ਇਜ਼ ਗ੍ਰਾਮਰ। एंड इट वॉज फर्स्ट जो है 19 to 23 क्वेश्चन दे आर ऑन समासी शब्द। ओके, सो 19th क्वेश्चन इज़ नैन नक्श ਦਾ ਠੀਕ ਸ਼ਬਦ ਸਮੂਹ ਚੁਣੋ। ਤਾਂ ਇਹ ਮਤਲਬ ਸੀਗਾ ਹੀ ਕਾਫੀ ਈਜ਼ੀ ਸੀਗਾ। ਜੇ ਕਿਸੇ ਨੇ ਪੜ੍ਹਿਆ ਹੋਣਾ ਸਮਾਸੀ ਸ਼ਬਦ ਤਾਂ ਉਹਨੂੰ ਆਉਂਦਾ ਹੋਊਗਾ। ਇਹਦਾ ਸੀਗਾ ਨੈਣ ਅਤੇ ਨਕਸ਼, ਠੀਕ ਹੈ ਨਾ। ਇਹ ਮੈਨੂੰ ਲੱਗਦਾ ਭਿੰਨ ਭਿੰਨ ਅਰਥਾਂ ਵਾਲੇ ਸੀਗੇ। ਹੁਣ 20ਵਾਂ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਵਿਰੋਧਾਤਮਕ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਤਾਂ D, ਸਵੇਰ ਸ਼ਾਮ। ਸਵੇਰ ਅਤੇ ਸ਼ਾਮ ਇੱਕ ਦੂਸਰੇ ਦੇ ਓਪੋਜ਼ਿਟ ਵਰਡਸ ਹੁੰਦੇ ਹਨ। ਮੋਟਾ ਸੋਟਾ, ਭਿੰਨ ਭਿੰਨ, ਦਿਨ ਭਰ, ਇਹ ਵੀ ਭਿੰਨ ਭਿੰਨ ਜਿਹੀ ਲੱਗਦੇ ਆ। ਰੋਗ ਮੁਕਤ, ਇਹ ਵੀ ਭਿੰਨ ਭਿੰਨ ਹੀ ਆ, ਭਿੰਨ ਭਿੰਨ ਸ਼ਬਦਾਂ ਵਾਲੇ ਸੁਮੇਲ ਤੋਂ ਬਣੇ ਹੋਏ ਸਮਾਸੀ ਸ਼ਬਦ, ਠੀਕ ਹੈ। ਨੈਕਸਟ ਕੁਐਸਚਨ ਇਜ਼ ਕੁਐਸਚਨ ਨੰਬਰ 21। ਹੇਠ ਲਿਖਿਆਂ ਵਿੱਚੋਂ ਸਹੀ ਸਮਾਸੀ ਸ਼ਬਦ ਚੁਣੋ। ਤਾਂ ਇਹ ਮਤਲਬ ਜੇ ਕੋਈ ਪੰਜਾਬੀ ਕਰੇ, ਮਤਲਬ ਜਿਹੜੇ ਪੰਜਾਬੀ ਸਪੀਕਰਸ ਹੈ ਉਹਨਾਂ ਲਈ ਤਾਂ ਕਾਫੀ ਈਜ਼ੀਅਰ ਸਾਈਡ 'ਤੇ ਹੀ ਹੋਣਾ। ਅੰਨ ਪਾਣੀ ਆਪਾਂ ਕਹਿੰਦੇ ਹੁੰਦੇ ਅੰਨ ਪਾਣੀ, ਤਾਂ ਇਹਦਾ ਬਣਨਾ ਸੀ ਆਪਸ਼ਨ ਕਰੈਕਟ C। ਟੇਢਾ ਅਤੇ ਮੇਢਾ ਸ਼ਬਦ ਸਮੂਹ ਲਈ ਸਹੀ ਸਮਾਸੀ ਸ਼ਬਦ ਕਿਹੜਾ ਹੈ। ਤਾਂ ਆਪਾਂ ਨੂੰ ਪਤਾ ਹੈ ਵੀ ਈਜ਼ੀਅਰ ਸੀਗਾ, ਜਦੋਂ ਵੀ ਸਮਾਸੀ ਸ਼ਬਦ ਬਣਾਉਣਾ ਵਿੱਚ ਜੋੜਨੀ ਜ਼ਰੂਰ ਲਾਉਣੀ ਹੈ। ਇਹ ਕੀ ਟੇਢਾ ਮੀ ਅਤੇ ਮੇਢਾ ਵੀ ਇਹ ਵੀ ਕੁਛ ਨਹੀਂ ਹੁੰਦਾ। ਟੇਢਾ ਅਤੇ ਮੇਢਾ, ਠੀਕ ਹੈ, ਇਹ ਵੀ ਕੁਛ ਨਹੀਂ ਹੁੰਦਾ। ਟੇਢਾ ਹੁਣ ਇਹਨਾਂ ਨੇ B ਅਤੇ D ਦੇ ਵਿੱਚ ਕਨਫਿਊਜ਼ ਕਰਨ ਵਾਸਤੇ ਪਤਾ। ਕਈ ਵਾਰੀ ਆਪਾਂ ਇੰਨੇ ਜ਼ਿਆਦਾ ਰਸ਼ 'ਚ ਹੁੰਦੇ ਹਾਂ, ਇੰਨੇ ਜ਼ਿਆਦਾ ਆਪਾਂ ਕਈ ਵਾਰੀ ਪੈਨਿਕ ਹੋ ਜਾਂਦੇ ਹਾਂ ਵੀ ਆਪਾਂ ਦੇਖਦੇ ਨਹੀਂ, ਆਪਾਂ ਕਹਿੰਦੇ ਹਾਂ ਇਹ ਜੋੜਨ ਲੱਗੀ ਹੋਈ ਹੈ ਟੇਢਾ ਅਤੇ ਮੇਢਾ। ਆਪਾਂ ਇਹਨੂੰ ਘੱਟੋ ਘੱਟ ਮਤਲਬ ਜ਼ਿਆਦਾਤਰ ਪ੍ਰੋਨਾਊਂਸ ਵੀ ਟੇਢਾ ਅਤੇ ਮੇਢਾ ਹੀ ਕਰਦੇ ਹਾਂ, ਬਟ ਇਹ ਹੁੰਦਾ ਟੇਢਾ ਅਤੇ ਮੇਢਾ। ਤਾਂ ਕਰੈਕਟ ਆਪਸ਼ਨ ਸੀ B। ਮੋਰਓਵਰ ਆਪਾਂ ਇਹਦੇ ਜਿਹੜੇ ਸਪੈਲਿੰਗਸ ਆ ਉਹ ਚੇਂਜ ਨਹੀਂ ਕਰ ਸਕਦੇ। ਜੋ ਸਪੈਲਿੰਗਸ ਹੁੰਦੇ ਆ ਆਪਾਂ ਨੂੰ ਉਹੀ ਰੱਖਣੇ ਆ।
ਨੈਕਸਟ ਇਜ਼ ਦਾ ਕੁਐਸਚਨ ਨੰਬਰ 23, ਮਾਂ ਦੀ ਬੋਲੀ ਸ਼ਬਦ ਸਮੂਹ ਲਈ ਕਿਹੜਾ ਸਮਾਜ ਸ਼ਬਦ ਚੁਣੋਗੇ? ਤਾਂ ਇਹਦਾ ਆਊਗਾ ਮਾਂ ਬੋਲੀ। ਮੋਰਓਵਰ ਜੇ ਮਤਲਬ ਜੇ ਕਿਸੇ ਨੂੰ ਨਹੀਂ ਵੀ ਆਉਂਦਾ ਸੀਗਾ, ਜੇ ਕਿਸੇ ਨੂੰ ਡਾਊਟ ਹੋ ਰਿਹਾ ਸੀ ਮਾਤ ਬੋਲੀ ਵੀ ਆ ਸਕਦਾ, ਮਾਂ ਬੋਲੀ ਵੀ ਆ ਸਕਦਾ, ਤਾਂ ਉੱਪਰ ਵਾਲੇ ਪੈਰਾ 'ਤੇ ਦੇਖ ਸਕਦਾ ਸੀ। ਉੱਪਰ ਵਾਲੇ ਪੈਰਾ 'ਚ ਕੀ ਲਿਖਿਆ ਹੋਇਆ ਸੀ ਸਾਫ਼-ਸਾਫ਼, ਜਿਵੇਂ ਤੁਸੀਂ ਦੇਖੋ। ਹਾਂ, ਤਾਂ ਇਹ ਦੇਖੋ ਕੁਐਸਚਨ ਨੰਬਰ ਲਾਈਨ ਨੰਬਰ 2 ਫਸਟ ਵਰਡ ਮਾਂ ਬੋਲੀ ਸਿੰਪਲੀ ਲਿਖਿਆ ਸਮਾਸੀ ਸ਼ਬਦ ਹੀ ਹੈ, ਤਾਂ ਇੱਥੋਂ ਵੀ ਆਪਾਂ ਵੇਖ ਸਕਦੇ ਸੀ। ਠੀਕ ਹੈ, ਇਹ ਵੀ ਈਜ਼ੀ ਸੀਗਾ। ਨੈਕਸਟ ਹੁਣ ਮਤਲਬ ਆਈ ਥਿੰਕ ਬਹੁਤ ਤੱਕ ਸ਼ਬਦ ਮੇਰੇ ਹਿਸਾਬ ਨਾਲ ਕਾਫੀ ਥੋੜ੍ਹੇ ਜਿਹੇ ਸੀਗੇ ਜਿਨ੍ਹਾਂ 'ਚ ਸੋਚ ਵਿਚਾਰ ਕਰਨਾ ਸੀਗਾ। ਕੁਐਸਚਨ ਨੰਬਰ 24, ਹਾਰ ਦੇ 2 ਭਿੰਨ ਅਰਥ ਰੱਖਣ ਵਾਲੇ ਸ਼ਬਦ ਚੁਣੋ। ਤਾਂ ਹਾਰ ਹੁੰਦਾ ਇੱਕ ਸਿੰਪਲੀ ਗਹਿਣਾ, ਠੀਕ ਹੈ ਨਾ, ਅਤੇ ਇੱਕ ਹੁੰਦਾ ਹਾਰ ਜਾਣਾ। ਇਹ ਸਿੰਪਲ, ਇਹ 2 ਸਿੰਪਲ ਸੀਗੇ। ਇੱਕ ਹੁੰਦਾ ਹਾਰ ਦਾ ਅੱਕਣਾ ਵੀ ਅਤੇ ਥੱਕਣਾ ਵੀ, ਇਹ ਹੁੰਦੇ ਉਹਦੇ 4 ਮੀਨਿੰਗ। ਖੇਡ ਖਿਡਾਉਣਾ, ਹਾਰ ਕੋਈ ਖੇਡ ਨਹੀਂ ਹੁੰਦੀ, ਖਿਡਾਉਣਾ ਦਾ ਵੀ ਨਹੀਂ ਹੁੰਦਾ। ਹਾਰ ਦਾ ਹੁੰਦਾ ਸਫਲ, ਇਹ ਤਾਂ ਬਿਲਕੁਲ ਹੀ ਵਿਰੋਧੀ ਹੋ ਗਿਆ, ਬਿਕੋਜ਼ ਹਾਰ ਦਾ ਮਤਲਬ ਹੁੰਦਾ ਹਾਰਨਾ। ਜੇ ਇੱਥੇ ਅਸਫਲਤਾ ਹੁੰਦਾ ਤਾਂ ਆਪਾਂ ਮਾੜਾ ਮੋਟਾ ਪੌਂਡਰ ਅਬਾਊਟ ਕਰਦੇ, ਥਿੰਕ ਕਰਦੇ, ਬਟ ਨਹੀਂ, ਹੁਣ ਇੱਥੇ ਸਫਲ ਹੈ। ਜਿੱਤ, ਹਾਰ ਜਿੱਤ ਅਪੋਜ਼ਿਟ ਹੈ, ਬਹੁਤ ਅਰਥ ਕਿਵੇਂ ਹੋ ਸਕਦੇ? ਤਾਂ ਓਬਵੀਅਸਲੀ ਆਨਸਰ ਸੀਗਾ ਬੀ। ਵੱਟ ਦਾ ਇੱਕ ਅਰਥ ਹੈ ਅੱਤ ਦੀ ਗਰਮੀ ਅਤੇ ਦੂਜਾ ਅਰਥ ਹੈ। ਨਾਓ ਇਹ ਕੁਐਸਚਨ ਜਿਹੜਾ ਸੀ ਇਹਨਾਂ ਨੇ ਸੈਂਪਲ ਪੇਪਰ ਵਿੱਚ ਵੀ ਪਾਇਆ ਹੋਇਆ ਸੀ। ਨਾਓ ਆਪਾਂ ਦੇਖਦੇ ਹਾਂ। ਵੱਟ ਦਾ ਮਤਲਬ ਦਹੀਂ ਨਹੀਂ ਹੁੰਦਾ, ਪਾਣੀ ਨਹੀਂ ਹੁੰਦਾ, ਦੁੱਧ ਵੀ ਨਹੀਂ ਹੁੰਦਾ। ਵੱਟ ਦਾ ਅਰਥ ਹੁੰਦਾ ਵੱਲ। ਇਹ ਕਿਉਂ? ਇਹ ਇਸ ਲਈ ਹੁੰਦਾ ਬਿਕੋਜ਼ ਆਪਾਂ ਜਿਵੇਂ ਕਹਿ ਦਿੰਦੇ ਹੁੰਦੇ ਵੀ ਹੈ ਨਾ, ਮੰਨ ਲਓ ਕੋਈ ਇਨਸਾਨ ਬੂਟਿਆਂ ਨੂੰ ਪਾਣੀ ਪਾ ਰਿਹਾ ਪੈਪ ਨਾਲ, ਆਪਾਂ ਕਹਿੰਦੇ ਨਾ ਉਹ ਜਦੋਂ ਪੈਪ 'ਚੋਂ ਪਾਣੀ ਆਉਣਾ ਬੰਦ ਹੋ ਜਾਂਦਾ, ਕੀ ਕਾਰਨ ਹੁੰਦਾ? ਉਹ ਪੈਪ 'ਚ ਵਲ ਪੈ ਗਿਆ, ਪੈਪ 'ਚ ਵੱਟ ਪੈ ਗਿਆ, ਪੈਪ ਵਿੱਚ ਵਲ ਪੈ ਗਿਆ, ਪੈਪ ਵਿੱਚ ਵੱਟ ਪੈ ਗਿਆ। ਤਾਂ ਮਤਲਬ ਇਹ ਸਮਾਸੀ ਸ਼ਬਦ ਸੀ, ਇਹ ਬਹੁਅਰਥਕ ਸੀ। ਇਸ ਹਿਸਾਬ ਨਾਲ ਆਪਾਂ ਮਤਲਬ ਸਮਾਸੀ ਕਹਿਤਾ ਮੈਂ, ਬਹੁਅਰਥਕ ਹੀ ਸੀ ਇਹ। ਇਸ ਹਿਸਾਬ ਨਾਲ ਆਪਾਂ ਗੈਸ ਕਰ ਸਕਦੇ ਹਾਂ ਵੀ ਪੈਪ ਵਿੱਚ ਵਲ ਪੈ ਗਿਆ, ਪੈਪ ਵਿੱਚ ਵੱਟ ਪੈ ਗਿਆ, ਤਾਂ ਹੀ ਪਾਣੀ ਨਹੀਂ ਆ ਰਿਹਾ। ਇਸ ਤੋਂ ਆਪਾਂ ਗੈਸ ਕਰ ਸਕਦੇ ਸੀ। ਕੋਈ ਨੈਕਸਟ ਇਸ ਕੁਐਸਚਨ ਨੰਬਰ 26, ਸੱਟ ਬਹੁਅਰਥਕ ਸ਼ਬਦ ਦੇ ਠੀਕ ਅਰਥ ਹਨ। ਤਾਂ ਸੱਟ ਦਾ ਇੱਕ ਦੇਖੋ ਚੋਟ ਕਾਫੀ ਕਲੀਅਰਲੀ ਹੈ। ਨੱਚਣਾ ਟੱਪਣਾ ਹੋ ਨਹੀਂ ਸਕਦੇ, ਹਥੌੜਾ ਸਿੱਧਾ ਇਹ ਵੀ ਬਿਲਕੁਲ ਵੀ ਨਹੀਂ ਹੋ ਸਕਦੇ। ਹੁਣ ਹੋਰ ਸੀਗਾ ਡਿੱਗਣ ਅਤੇ ਭੱਜਣ। ਸੱਟ ਦਾ ਹੁੰਦਾ ਥਰੋ ਕਰਨਾ, ਨਾ ਕਿ ਡਿੱਗਣਾ ਹੁੰਦਾ ਫਾਲ ਡਾਊਨ, ਠੀਕ ਹੈ ਨਾ। ਭੱਜਣਾ ਵੀ ਸੱਟ ਦਾ ਮਤਲਬ ਨਹੀਂ ਬਣਦਾ ਸੀ। ਨਸੂੜ ਅਤੇ ਚੋਟ ਇਹੀ ਬਣਦੇ ਸੀ ਮੋਸਟ ਪ੍ਰੋਬੇਬਲ ਆਪਸ਼ਨ, ਸੋ ਦਾ ਆਨਸਰ ਵੁੱਡ ਬੀ ਏ। ਨੈਕਸਟ ਇਸ ਕੁਐਸਚਨ ਨੰਬਰ 27, ਉੱਤਰ ਵੱਲ ਉਹਨਾਂ ਦੀ ਹੀ ਜ਼ਮੀਨ ਹੈ ਵਿੱਚ ਉੱਤਰ ਸ਼ਬਦ ਦਾ ਕੀ ਅਰਥ ਹੈ? ਨਾ ਉੱਤਰ ਵੱਲ ਉਹਨਾਂ ਦੀ ਜ਼ਮੀਨ ਹੈ, ਠੀਕ ਹੈ। ਇਨ ਇੰਗਲਿਸ਼ ਇਫ ਯੂ ਟ੍ਰਾਂਸਲੇਟ ਦੈਨ ਵੀ ਵਿਲ ਗੈਟ ਟੂਵਾਰਡਸ ਨੌਰਥ is their land. Okay, towards north is their land, so quite clear it is direction or option D ਦਿਸ਼ਾ। ਉੱਤਰ ਵੱਲ ਉਹਨਾਂ ਦੀ ਜ਼ਮੀਨ ਹੈ ਵੀ ਉੱਤਰ ਵੱਲੀ ਆਪਾਂ ਕਹਿ ਰਹੇ ਉਹ ਉੱਤਰ ਦਿਸ਼ਾ ਵੱਲ, ਨਾਰਥ ਵੱਲ ਉਹਨਾਂ ਦੀ ਜ਼ਮੀਨ ਹੈ। ਲਗਨ ਦਾ ਅਰਥ ਹੈ ਇਹਦੇ ਵਿੱਚ ਜੇ ਆਪਾਂ ਦੇਖੀਏ ਤਾਂ ਜੰਗਲ ਮਤਲਬ ਨੇੜੇ ਤੇੜੇ ਵੀ ਨਹੀਂ ਹੈ, ਲਗਨ ਅਤੇ ਜੰਗਲ ਬਣਦੇ ਨਹੀਂ। ਰੱਖਣਾ ਇਹ ਵੀ ਨਹੀਂ ਬਣਦਾ। ਹੁਣ ਬਹੁਤ ਸਾਰੇ ਬੱਚੇ ਪੀ ਬੀ ਅਤੇ ਸੀ ਦੇ ਵਿੱਚ ਕਨਫਿਊਜ਼ ਹੋਣਗੇ। ਤਾਂ ਲਗਾਨ ਕੀ ਹੁੰਦਾ? ਲਗਾਨ ਹੁੰਦਾ ਟੈਕਸ, ਠੀਕ ਹੈ ਨਾ। ਇਹ ਕੰਫਿਊਜ਼ ਕਰਨ ਵਾਸਤੇ ਪਾਇਆ ਹੋਇਆ ਸੀ। ਲਗਨ ਐਂਡ ਲਗਾਨ ਆਰ ਨੋਟ ਸਿਮਿਲਰ ਵਰਡਸ, ਦੇ ਆਰ ਨੋਟ ਸਾਈਨੋਨੀਅਮਸ, ਠੀਕ ਹੈ। ਤਾਂ ਲਗਨ ਅਤੇ ਲਗਾਨ ਕੁਛ ਨਹੀਂ ਹੁੰਦਾ, ਫਿਰ ਲਗਨ ਦਾ ਕੀ ਬਣਨਾ ਸੀ? ਪ੍ਰੀਤ ਹੀ ਬਣਨਾ ਸੀ। ਸੋ ਯਾ ਵੀ ਹੈਵ ਡਨ ਵਿਦ ਆਵਰ ਬਹੁਅਰਥਕ ਸ਼ਬਦ ਪਾਠ। ਨਾਓ ਵੀ ਆਰ ਮੂਵਿੰਗ ਟੂ ਮੁਹਾਵਰਾਸ ਐਂਡ ਲੈਟਸ ਸੀ। ਸੋ ਕੁਐਸਚਨ ਨੰਬਰ 29 ਇਜ਼ ਸਹੀ ਸ਼ਬਦ ਚੁਣੋ ਕਿ ਮੁਹਾਵਰਾ ਪੂਰਾ ਕਰੋ। ਕੀ ਹੈ? ਖੇਰੂ ਖੇਰੂ ਹੋ ਜਾਣਾ, ਠੀਕ ਹੈ ਨਾ। ਇਹ ਬੋਲਦੇ ਹੀ ਐਵੇਂ ਖੇਰੂ ਖੇਰੂ ਕਰ ਜਾਣਾ ਨਹੀਂ ਹੁੰਦਾ, ਖੇਰੂ ਖੇਰੂ ਕਿ ਨਾ ਕੇ ਜਾਣਾ ਨਹੀਂ ਹੁੰਦਾ, ਅਤੇ ਖੇਰੂ ਖੇਰੂ ਤੋਂ ਜਾਣਾ ਨਹੀਂ ਹੁੰਦਾ, ਖੇਰੂ ਖੇਰੂ ਹੋ ਹੀ ਜਾਣਾ ਹੁੰਦਾ। ਗੱਲ ਅਣਸੁਣੀ ਕਰ ਦੇਣਾ, ਇਹ ਮਤਲਬ ਮੁਹਾਵਰਾ ਜਿਹਾ ਵੀ ਮਤਲਬ ਨਹੀਂ ਲੱਗ ਰਿਹਾ ਸੀਗਾ। ਮਤਲਬ ਇਹਦਾ ਆਪਾਂ ਵੈਸੇ ਹੀ ਬੋਲ ਦਿੰਦੇ ਹੁੰਦੇ ਗੱਲ ਅਣਸੁਣੀ ਕਰ ਦੇਣਾ। ਇਹਦਾ ਸੀਗਾ ਆਪਸ਼ਨ ਸੀ ਧਿਆਨ ਨਾ ਦੇਣਾ, ਠੀਕ ਹੈ ਨਾ। ਉਸ ਤੋਂ ਬਾਅਦ ਸੀਗਾ ਆਪਸ਼ਨ ਨੰਬਰ ਮਤਲਬ ਕੁਐਸਚਨ ਨੰਬਰ 31, ਬਹੁਤ ਖੁਸ਼ੀ ਹੋਣਾ, ਸਿੰਪਲੀ ਘਿਓ ਦੇ ਦੀਵੇ ਬਾਲਣਾ। Now next we are moving to part 3 textbook based questions, and the first is the kavita part, okay, in which we had kavita Soke Manda Akhiyan Kirpa Karke Baksh Le Bhai Guru Nanak Dev Ji and Guru Amardas Ji. So 32, it is like the sar or the central idea of the poem, that the poem is about the ਕੀ ਕਹਿੰਦੇ ਆ ਮਤਲਬ ਮਹਾਨਤਾ ਦੇ ਕਿਸ ਦਾ ਜ਼ਿਕਰ ਕੀਤਾ ਹੈ? ਤਾਂ ਔਰਤ ਦੀ, ਕਿਉਂਕਿ ਉੱਥੇ ਔਰਤ ਹੀ ਹੈ। ਭੰਡ ਜੰਮੀਏ ਭੰਡ ਨਿਵੀਏ ਭੰਡ, ਇਹ ਜਿਹਨੇ ਪੜ੍ਹੀ ਹੋਊਗੀ ਪੋਇਮ ਉਹਨੂੰ ਪਤਾ ਹੋਊਗਾ ਵੀ ਔਰਤ ਹੀ ਹੈ। ਸੋਕੇ ਮੰਦੇ ਆਖੀ ਵਿੱਚ ਮੰਗਣ ਸ਼ਬਦ ਦਾ ਕੀ ਅਰਥ ਹੈ? ਤਾਂ ਇਹ ਸਾਈਡ 'ਤੇ ਜਿਹੜੇ ਨੀਚੇ ਹੁੰਦੇ ਉਹਦੇ ਥੱਲੇ ਦਿੱਤੇ ਹੁੰਦੇ ਹੈਗੇ ਅਰਥ, ਉਹਨਾਂ ਵਿੱਚ ਸੀਗਾ ਭੰਡ ਜੰਮੀਏ ਭੰਡ ਨਿਮੀਏ ਭੰਡ ਮੰਗਣ ਵਿਆਹ। ਭੰਡ ਮੰਗਣ ਵਿਆਹ ਮਤਲਬ ਭੰਡ ਨਾਲ ਮੰਗਣੀ ਅਤੇ ਕੁੜਮਾਈ ਜੋ ਹੈ ਉਹਦਾ ਰਿਲੇਸ਼ਨ ਹੈ। ਤਾਂ ਆਨਸਰ ਅਸੀਂ ਬੀ ਮੋਰਓਵਰ ਇਹ ਸ਼ਬਦ ਅਰਥ ਵਿੱਚ ਵੀ ਨੀਚੇ ਦਿੱਤਾ ਹੋਇਆ ਸੀ,
ਕਿਰਪਾ ਕਰਕੇ ਬਖਸ਼ ਲੈ ਸਲੋਕ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਕੀ ਕਰਦੇ ਹਨ? ਅਰਦਾਸ। ਗੁਰੂ ਜੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਵੀ ਇਹ ਪਰਮਾਤਮਾ ਮੈਨੂੰ ਬਖਸ਼ ਲੈ, ਠੀਕ ਹੈ ਨਾ, ਮਤਲਬ ਇਸ ਜੀਵ ਨੂੰ ਬਖਸ਼ ਲੈ। ਓਕੇ, ਉਸ 'ਚ ਐਵੇਂ ਹੁੰਦਾ ਵੀ ਜਿਹੇ ਜਿਹੇ ਅਸੀਂ ਕਰਮ ਕੀਤੇ ਨਾ, ਜਿਹੋ ਜਿਹੇ ਅਸੀਂ ਕਰਮ ਕੀਤੇ ਆ, ਅਸੀਂ ਭੁੱਲਾਂ ਅਤੇ ਅਨੇਕਾਂ ਪਾਪ ਕੀਤੇ ਆ, ਉਹਨਾਂ ਨੂੰ ਵੇਖ ਕੇ ਤਾਂ ਸਾਡੇ ਬਖਸ਼ਿਸ਼ ਦੀ ਵਾਰੀ ਕਦੇ ਵੀ ਨਹੀਂ ਆ ਸਕਦੀ। ਇਸ ਕਰਕੇ ਤੂੰ ਬਹੁਤ ਦਿਆਲੂ ਹੈ, ਤੂੰ ਬਹੁਤ ਬਖਸ਼ਣ ਵਾਲਾ, ਸਾਨੂੰ ਬਖਸ਼ ਦੇ, ਠੀਕ ਹੈ, ਅਤੇ ਸਾਨੂੰ ਆਪਦੇ ਨਾਲ ਮਿਲਾ ਲੈ ਅਤੇ ਨਾਮ ਸਿਮਰਨ ਦੀ ਦਾਤ ਦੇ ਦੇ। ਤਾਂ ਪ੍ਰਭੂ ਜੀ ਕੀ ਮਤਲਬ ਪਰਮਾਤਮਾ ਅੱਗੇ ਕੀ ਕਰਦੇ ਹਨ? ਗੁਰੂ ਜੀ ਅਰਦਾਸ। ਕਿਰਪਾ ਕਰਕੇ ਬਖਸ਼ ਲੈ ਵਿੱਚ ਗੁਰਤੁੱਠ ਹੈ ਸ਼ਬਦ ਦਾ ਕੀ ਅਰਥ ਹੈ? ਤਾਂ ਇਹ ਜਿਹਨੇ ਮਤਲਬ ਥੱਲੇ ਜਿਹੜੇ ਸ਼ਬਦ ਅਰਥ ਦਿੱਤੇ ਉਹਨੇ ਆ ਜਿਹਨੇ ਪੋਇਮ ਜਿਹੜਾ ਮਤਲਬ ਪੂਰੀ ਕਵਿਤਾ ਹੈ ਉਹ ਸਮਝੀ ਹੋਊਗੀ, ਉਹਨੂੰ ਪਤਾ ਹੋਊਗਾ। ਗੁਰਤੁੱਠੇ ਦਾ ਹੁੰਦਾ ਗੁਰ ਕਿਰਪਾਲ ਹੋ ਕੇ, ਗੁਰਤੁੱਠੇ ਪ੍ਰਭੂ ਮੇਲਿਆ ਸਭ ਕਿਲ ਵਿਖ ਕੱਟ ਵਿਕਾਰ, ਠੀਕ ਹੈ ਨਾ। ਇਹ ਲਾਈਨ ਸੀਗੀ ਟੋਟਲ ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਗੁਰਤੁੱਠੇ ਪ੍ਰਭੂ ਮੇਲਿਆ ਸਭ ਕਿਲ ਵਿਖ ਕੱਟ ਵਿਕਾਰ। ਕਿਲ ਵਿਖ ਦਾ ਵੀ ਅਰਥ ਪੁੱਛਿਆ ਜਾ ਸਕਦਾ ਸੀਗਾ, ਬਟ ਨਹੀਂ, ਇਹਨਾਂ ਨੇ ਗੁਰਤੁੱਠੇ ਪੁੱਛਿਆ, ਠੀਕ ਹੈ ਨਾ। ਇਹ ਥੱਲੇ ਦਿੱਤਾ ਹੋਇਆ ਸੀ ਸ਼ਬਦ ਅਰਥ ਵਿੱਚ, ਆਸਾਨ ਸੀਗਾ। ਤੀਜਾ ਮਹੱਲਾ ਤੋਂ ਕੀ ਭਾਵ ਹੈ? ਨਾ ਦਿਸ ਵਾਜ਼ ਆਈ ਥਿੰਕ ਜਿਹੜਾ ਥੋੜ੍ਹਾ ਜਿਹਾ ਨੌਲੇਜ ਬੇਸ ਕੁਐਸਚਨ ਸੀਗਾ, ਬਟ ਇਸ 'ਚ ਨੌਲੇਜ ਇੰਨੀ ਵੀ ਨਹੀਂ ਸੀ ਕਿਉਂਕਿ ਆਪਾਂ ਨੂੰ ਪਤਾ ਗੁਰੂਆਂ ਦੇ ਬਾਰੇ ਗੱਲ ਹੋ ਰਹੀ। ਤੀਜੀ ਗਲੀ, ਤੀਜਾ ਮਹਿਲ, ਤੀਜਾ ਮੁਹੱਲਾ, ਇਹ ਤਾਂ ਹੋ ਹੀ ਨਹੀਂ ਸਕਦਾ, ਠੀਕ ਹੈ ਨਾ, ਤੀਜਾ ਗੁਰੂ ਹੀ ਹੋ ਸਕਦਾ। Always remember one thing, that whenever we are talking about mahallas, the number guru, यानी कि the number of number guru, okay। जैसे गुरु नानक देव जी ਹੁੰਦੇ ਜਿਹੜੇ ਫਸਟ ਹੁੰਦੇ ਤਾਂ ਉਹਨਾਂ ਨੇ ਜਿੰਨਾ ਵੀ ਲਿਖਿਆ ਹੋਊਗਾ, ਜੋ ਵੀ ਕੁਛ ਉਹਨਾਂ ਦਾ ਹੈਗਾ, ਜਿੰਨਾ ਵੀ ਉਹਨਾਂ ਨੇ ਕੰਪੋਜ਼ ਕੀਤਾ ਹੋਇਆ, ਉਸ ਵਿੱਚ ਹਮੇਸ਼ਾ ਮਹੱਲਾ ਪਹਿਲਾ ਆਊਗਾ, ਠੀਕ ਹੈ ਨਾ। ਜਿਹੜਾ ਨੰਬਰ ਦਾ ਗੁਰੂ ਹੁੰਦਾ, ਜਿੰਨਵੇਂ ਗੁਰੂ ਹੁੰਦੇ ਉਹਨਾਂ ਦਾ ਆ ਜਾਂਦਾ ਨੰਬਰ। ਫਾਰ ਐਗਜ਼ਾਮਪਲ ਗੁਰੂ ਅਮਰਦਾਸ ਜੀ ਕਿੰਨੇ ਆਉਣਗੇ? 3rd ਨੰਬਰ 'ਤੇ ਆਉਣਗੇ, ਠੀਕ ਹੈ ਨਾ। ਤੀਜੇ ਮਹੱਲਾ ਗੁਰੂ ਅਮਰਦਾਸ ਜੀ ਤੀਜੇ ਗੁਰੂ। ਸੋ ਦਿਸ ਵਾਜ਼ ਵਟ, ਜਦੋਂ ਵੀ ਮਤਲਬ ਆਪਾਂ ਗੁਰਦੁਆਰੇ 'ਚ ਵੀ ਆਮ ਸੁਣ ਲੈਂਦੇ ਵੀ ਹਾਂ 5ਵਾਂ ਮਹੱਲਾ, 4ਥਾ ਮਹੱਲਾ, ਤਾਂ ਬਸ ਇਹੀ ਹੁੰਦਾ ਵੀ ਕਿੰਨਵੇਂ ਗੁਰੂ ਨੇ ਉਹ ਜਿਹੜੀ ਚੀਜ਼ ਹੈ ਕੰਪੋਜ਼ ਕੀਤੀ ਹੈ। ਨੈਕਸਟ ਨਾਓ ਵੀ ਆਰ ਮੂਵਿੰਗ ਟੂ ਆਵਰ ਵਾਰਤਕ ਪੋਰਸ਼ਨ। ਫਸਟ ਕੁਐਸਚਨ ਕੁਆਇਟ ਈਜ਼ੀ। ਗੁਰਤ ਘਰ ਦਾ ਪਿਆਰ ਦੇ ਰਚਨਾਕਾਰ ਦਾ ਨਾਮ ਦੱਸੋ? ਪ੍ਰਿੰਸੀਪਲ ਤੇਜਾ ਸਿੰਘ। ਮਨੁੱਖ ਦੀਆਂ ਸਦਰਾਂ ਕਿੱਥੇ ਪਲਦੀਆਂ ਹਨ? ਤਾਂ ਓਬਵੀਅਸਲੀ ਘਰ ਦਾ ਪਿਆਰ ਤਾਂ ਘਰ ਦੇ ਵਿੱਚ ਹੀ ਪਲਦੇ ਹਨ ਮਨੁੱਖ ਦੀਆਂ ਸਦਰਾਂ, ਠੀਕ ਹੈ ਨਾ। ਬਾਹਰ ਕਿਤੇ ਵੀ ਨਹੀਂ ਹੋ ਸਕਦਾ, ਘਰ ਦੇ ਵਿੱਚ ਹੀ ਹੁੰਦਾ। ਬੂਹੇਬੰਦ ਮਕਾਨ ਕਿਸ ਦੀ ਤਰ੍ਹਾਂ ਕੌਣ? ਬੂਹੇਬੰਦ ਮਕਾਨ ਦੀ ਤਰ੍ਹਾਂ ਕੌਣ ਹੈ? ਅਤੇ ਇਹਦਾ ਆਨਸਰ ਆਊਗਾ ਅਣਬੋਲਿਆ ਮਨੁੱਖ। ਮੰਨ ਲਓ ਹੁਣ ਇਹ ਚੀਜ਼ ਹੈ ਵੀ ਕੋਈ ਘਰ ਹੈ, ਠੀਕ ਹੈ ਨਾ, ਉਹਦੇ ਬਾਹਰ ਗੇਟ ਲੱਗਿਆ ਹੋਇਆ, ਅਤੇ ਕੋਈ ਅੰਦਰ ਤੁਸੀਂ ਅੰਦਰਲਾ ਘਰ ਨਹੀਂ ਦੇਖਿਆ, ਬਾਹਰੋਂ ਤਾਂ ਉਹ ਜਿਵੇਂ ਹੈਗਾ, ਮੰਨ ਲਓ ਬਹੁਤ ਸੋਹਣਾ ਬਾਹਰੋਂ, ਠੀਕ ਹੈ ਨਾ। ਅੰਦਰੋਂ ਤੁਹਾਨੂੰ ਕੀ ਪਤਾ ਕਿ ਅੰਦਰੋਂ ਵੀ ਓਨਾ ਹੀ ਸੋਹਣਾ ਕਿ ਅੰਦਰੋਂ ਜਮ੍ਹਾਂ ਗਰਕ ਹੈ, ਅੰਦਰ ਪੂਰਾ ਖਲਾਰਾ ਪਾਇਆ ਹੁੰਦਾ, ਠੀਕ ਹੈ ਨਾ। ਉਵੇਂ ਹੀ ਇਹ ਹੈ ਵੀ ਜਿਹੜਾ ਅਣਬੋਲਿਆ ਮਨੁੱਖ ਹੈ, ਬਾਹਰੋਂ ਭਾਵੇਂ ਬਹੁਤ ਸੋਹਣਾ, ਪਰ ਜਿੰਨਾ ਚਿਰ ਉਹ ਬੋਲਦਾ ਨਹੀਂ, ਜਿੰਨਾ ਚਿਰ ਆਪਾਂ ਨੂੰ ਉਹਦੀ ਬੋਲੀ ਦਾ ਨਹੀਂ ਪਤਾ ਲੱਗਦਾ, ਬੋਲਣ ਦੇ ਲਹਿਜੇ ਦਾ ਨਹੀਂ ਪਤਾ ਲੱਗਦਾ, ਉਹਨਾਂ ਚਿਰ ਆਪਾਂ ਇਹ ਗੈਸ ਨਹੀਂ ਕਰ ਸਕਦੇ ਵੀ ਉਹ ਇਨਸਾਨ ਚੰਗਾ ਕਿ ਮਾੜਾ। ਉਹ ਇਨਸਾਨ ਗਾਲਾਂ ਕੱਢ ਕੇ ਬੋਲਦਾ, ਠੀਕ ਹੈ, ਉਹਦੀ ਸ਼ਕਲ ਬਹੁਤ ਸੋਹਣੀ, ਉਹ ਗਾਲਾਂ ਕੱਢ ਕੇ ਬੋਲਦਾ ਕਿ ਵਧੀਆ, ਬੜੇ ਪਿਆਰ ਨਾਲ, ਸਾਰਿਆਂ ਨੂੰ ਰਿਸਪੈਕਟ, ਇੱਜ਼ਤ ਦੇ ਨਾਲ ਬੋਲਦਾ, ਤਾਂ ਉਹ ਚੀਜ਼ ਹੁੰਦੀ ਹੈ। ਬੂਹੇ ਬੰਦ ਮਕਾਨ ਕਿਸ ਦੀ ਤਰ੍ਹਾਂ ਹੈ? ਅਣਬੋਲਿਆ ਮਨੁੱਖ। ਜਿੰਨਾ ਚਿਰ ਉਹ ਬੋਲੂਗਾ ਨਹੀਂ, ਉਹਦੀ ਅਸਲੀਅਤ ਦਾ ਪਤਾ ਨਹੀਂ ਲੱਗਣਾ, ਜਿੰਨਾ ਚਿਰ ਮਕਾਨ ਦਾ ਬੂਹਾ ਨਹੀਂ ਖੁੱਲ੍ਹਿਆ ਨਾ, ਉਹਦਾ ਦਰ ਨਹੀਂ ਖੋਲ੍ਹਿਆ ਜਾਣਾ, ਉਹਨਾਂ ਚਿਰ ਆਪਾਂ ਨੂੰ ਮਕਾਨ ਦੇ ਬਾਰੇ ਪਤਾ ਨਹੀਂ ਲੱਗਣਾ ਉਹ ਅੰਦਰੋਂ ਕਿਹੋ ਜਿਹਾ ਹੈ। ਕੁਐਸਚਨ ਨੰਬਰ 40, ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਹੜੇ ਸਿੱਕੇ 'ਤੇ ਨੋਟ ਚਲਾਉਂਦੇ ਹਾਂ? ਅਤੇ ਇਹਦਾ ਆਨਸਰ ਆਊਗਾ ਲਫ਼ਜ਼ਾਂ ਦੇ। ਇਹ ਪਾਠ ਬੋਲੀ ਤੋਂ ਲਿਆ ਗਿਆ ਹੈ। ਬੋਲੀ ਦੇ ਵਿੱਚ ਡਾਇਰੈਕਟ ਲਾਈਨ ਹੀ ਹੈ ਵੀ ਅਸੀਂ ਆਪਣੀ ਮੰਡੀ ਵਿੱਚ ਚਲਾਉਂਦੇ ਹਾਂ, ਕੀ ਚਲਾਉਂਦੇ ਹਾਂ? ਲਫ਼ਜ਼ਾਂ ਦੇ ਸਿੱਕੇ ਅਤੇ ਨੋਟ, ਠੀਕ ਹੈ ਨਾ। ਵੈਸੇ ਆਪਾਂ ਵੈਸੇ ਕਰੀ ਚੱਲੀਏ, ਮਤਲਬ ਜਨਰਲ ਨੌਲੇਜ 'ਤੇ ਕਰੀ ਚੱਲੀਏ, ਤਾਂ ਆਪਣੇ ਨੋਟਸ ਕਾਗਜ਼ ਦੇ ਵੀ ਨਹੀਂ ਬਣੇ ਹੁੰਦੇ, ਆਪਣੇ ਨੋਟਸ ਕਿਹਦੇ ਬਣੇ ਹੁੰਦੇ? ਕਾਟਨ ਦੇ। ਇਟ ਇਜ਼ ਅ ਮਿਕਸਚਰ ਆਫ ਕਾਟਨ। ਤਾਂ ਹੀ ਤੁਸੀਂ ਦੇਖਿਆ ਹੋਊਗਾ ਆਪਾਂ ਨੋਟਸ ਨੂੰ ਧੋ ਸਕਦੇ ਹਾਂ, ਨੋਟਾਂ ਨੂੰ ਆਪਾਂ ਧੋ ਵੀ ਸਕਦੇ ਹੁੰਦੇ ਹਾਂ, ਜਦੋਂ ਗੰਦੇ ਹੋ ਜਾਂਦੇ, ਮੈਲ ਚੜ੍ਹ ਜਾਂਦੀ ਬਾਹਲੀ, ਫਿਰ ਵੀ ਉਹ ਫਟਦੇ ਨਹੀਂ ਤਾਂ ਕਾਗਜ਼ ਦੇ ਬਣੇ ਹੁੰਦੇ, ਫਟ ਨਾ ਜਾਂਦੇ ਹੋ ਹੁਣ ਤੱਕ, ਠੀਕ ਹੈ। ਤਾਂ ਉਹ ਕਾਟਨ ਦੇ ਬਣੇ ਹੁੰਦੇ, ਉਹ ਚੀਜ਼ ਹੁੰਦੀ ਹੈ। ਤਾਂ ਕਾਟਨ ਦੇ ਬਣੇ ਹੁੰਦੇ, ਕਾਗਜ਼ ਦੇ ਬਣ ਨਹੀਂ ਸਕਦੇ, ਪਿੱਤਲ ਅਤੇ ਸੋਨੇ ਦੇ ਹੈ ਹੀ ਨਹੀਂ। ਤਾਂ ਵੈਸੇ ਜੇ ਕਿਸੇ ਨੇ ਜਨਰਲ ਗੈਸ ਕਰਕੇ ਕੀਤਾ ਹੋਣਾ ਤਾਂ ਲਫ਼ਜ਼ਾਂ ਦੇ, ਵੈਸੇ ਕਈ ਬੱਚਿਆਂ ਨੇ ਕਾਗਜ਼ ਦੇ ਵੀ ਕੀਤਾ ਹੋਊਗਾ, ਬਿਕੋਜ਼ ਦੇਰ ਇਜ਼ ਅ ਵਾਈਡ ਸਪਰੈਡ ਮਿਸਕਨਸੈਪਸ਼ਨ ਦੈਟ ਕਰੰਸੀ ਐਂਡ ਨੋਟਸ ਆਰ ਮੇਡ ਫਰੋਮ ਪੇਪਰ, ਬਟ ਦੈਟਸ ਫਾਲਸ। ਮਨੁੱਖ ਦੇ ਸਰੀਰ ਦਾ ਚਿੱਤਰ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਹ ਫਸਟ ਲਾਈਨ ਵਿੱਚ ਹੀ ਸੀਗਾ ਬੋਲੀ ਦੇ ਚੈਪਟਰ ਦੇ। ਮਨੁੱਖ ਦੇ ਸਰੀਰ ਦਾ ਚਿੱਤਰ ਮੂੰਹ ਹੈ, ਜਦ ਕਿ ਉਸਦੀ ਆਤਮਾ ਦਾ ਚਿੱਤਰ ਕੀ ਹੈ? ਬੋਲੀ, ਠੀਕ ਹੈ। ਕਥੱਕੜ ਸ਼ਬਦ ਦਾ ਕੀ ਅਰਥ ਹੈ? ਕਥਾ ਕਰਨ ਵਾਲੇ। ਪਿੱਛੇ ਵੀ ਦਿੱਤਾ ਹੋਇਆ, ਵੈਸੇ ਵੀ ਕਲੀਅਰ ਹੀ ਹੈ ਕਥੱਕੜ ਕੌਣ ਹੁੰਦਾ? ਕਥਾ ਕਰਨ ਵਾਲੇ। ਨਾਓ ਵੀ ਆਰ ਮੂਵਿੰਗ ਟੂ ਆਵਰ ਕਹਾਣੀ ਸੈਕਸ਼ਨ। 43 ਕਾਕਾ ਅਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ?
ਕਾਕਾ ਅਸਮਾਨ ਦੇ ਤਾਰੇ ਨੂੰ ਕੀ ਸਮਝਦਾ ਸੀ? ਰੁਪਈਏ। ਚੈਪਟਰ ਵਿੱਚ ਦਿੱਤਾ ਵੀ ਹੋਇਆ ਵੀ ਕਾਕਾ ਇੱਕ ਵਾਰੀ ਅਸਮਾਨ ਵਿੱਚ ਵੇਖ ਰਿਹਾ ਹੁੰਦਾ, ਉਹ ਆਪਦੇ ਦਾਦੀ ਨੂੰ ਕਹਿੰਦਾ ਵੀ ਹਾਂ ਦੇਖੋ ਪਹੀਏ ਹੈ, ਜੇ ਅਸਮਾਨ ਦੇ ਤਾਰੇ ਪਹੀਏ ਹੈ ਤਾਂ ਸਾਰੇ ਆਪਣੇ ਕੋਠੇ 'ਤੇ ਕਿਉਂ ਨਹੀਂ ਵਰ ਪੈਂਦੇ, ਫਿਰ ਆਪਾਂ ਅਮੀਰ ਹੀ ਅਮੀਰ ਹੋ ਜਾਵਾਂਗੇ, ਫਿਰ ਤਾਂ ਆਪਾਂ ਕੁਲਫੀਆਂ ਕੀ ਆਪਾਂ ਤਾਂ ਪੂਰਾ ਰੈਸਟੋਰੈਂਟ ਹੀ ਖਰੀਦ ਲਾਂਗੇ। ਤਾਂ ਐਵੇਂ ਕਰਕੇ ਕਾਕਾ ਅਸਮਾਨ ਦੇ ਤਾਰੇ ਨੂੰ ਕੀ ਸਮਝਦਾ ਸੀ? ਰੁਪਈਏ। ਲੇਖਕ ਵੱਲੋਂ ਆਪਣੇ ਦੋਸਤ ਤੋਂ ਮੰਗ ਕੇ ਲਿਆਂਦੇ ਰੁਪਏ ਕਿਸਨੇ ਲੈ ਲਏ ਸੀ? ਤਾਂ ਲੇਖਕ ਜਿਹੜਾ ਕਾਕੇ ਦਾ ਪਿਓ ਸੀ ਉਹਨੇ ਮਤਲਬ ਪੈਸੇ ਮੰਗ ਕੇ ਲਿਆਂਦੇ, ਪਰ ਉਹ ਕਿਹਨੇ ਲੈ ਲਏ? ਉਹਦੀ ਪਤਨੀ ਨੇ ਲੈ ਲਏ, ਬਿਕੋਜ਼ ਉਹਦੀ ਪਤਨੀ ਨੂੰ ਜਿਹੜੀ ਸੀ ਉਹਨੇ ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਕਿ ਲੂਣ ਹੋ ਗਿਆ, ਤੇਲ, ਸਬਜ਼ੀਆਂ, ਅਧਮਣ ਲੱਕੜਾਂ ਉਹ ਲਿਆਈ ਸੀਗੀ। ਕਹਿੰਦੀ ਕਿ ਮੈਂ ਕਾਕੇ ਨੂੰ ਟਕਾ ਦੇ ਛੱਡੂੰਗੀ, ਅਤੇ ਆਪ ਉਹ ਜਿਹੜੇ ਸੀਗਾ ਪੂਰੇ 3 ਰੁਪਏ ਦੀ ਜੋ ਵੀ ਸੀ ਉਹਨੀਆਂ ਚੀਜ਼ਾਂ ਲਿਆਈ ਸੀ। ਕੁਲਫੀ ਵੇਚਣ ਵਾਲੇ ਤੋਂ ਮਗਰੋਂ ਕਿਹੜੀ ਚੀਜ਼ ਵੇਚਣ ਵਾਲਾ ਆਇਆ? ਛੋਲੇ ਅਤੇ ਮੁਰਮਰੇ ਵਾਲਾ। ਸਭ ਤੋਂ ਪਹਿਲਾਂ ਤਾਂ ਕੁਲਫੀ ਵੇਚਣ ਵਾਲਾ ਆਇਆ ਸੀਗਾ, ਉਸ ਤੋਂ ਬਾਅਦ ਕੀ ਆਇਆ? ਛੋਲੇ ਅਤੇ ਮੁਰਮਰੇ ਵੇਚਣ ਵਾਲਾ ਆ ਗਿਆ ਸੀਗਾ। ਅਤੇ ਛੋਲੇ ਮੁਰਮਰੇ ਤੋਂ ਬਾਅਦ ਕਾਕੇ ਨੇ ਕਿਹਾ ਸੀਗਾ ਵੀ ਹਾਂ ਮੈਨੂੰ ਧੱਕਾ ਦੇ ਦਿਓ। ਫਿਰ ਉਹਦਾ ਦਾਜੀ ਕਹਿੰਦਾ ਵੀ ਨਹੀਂ, ਮੁਰਮਰੇ ਭੈੜੇ ਹੁੰਦੇ, ਇਹਨਾਂ ਨੂੰ ਖੰਘ ਲੱਗ ਜਾਂਦੀ ਹੈ, ਖੁੰਘ ਲੱਗਦੀ ਹੈ। ਫਿਰ ਉਸ ਤੋਂ ਬਾਅਦ ਕਾਕਾ ਕਹਿੰਦਾ ਨਹੀਂ, ਮੈਨੂੰ ਤੁਸੀਂ ਧੱਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੁੰਘ। ਤਾਂ ਇਹ ਵਾਲਾ ਇੰਸੀਡੈਂਟ ਹੈ ਛੋਲੇ ਅਤੇ ਮੁਰਮਰੇ ਵੇਚਣ ਵਾਲਾ ਹੈ। ਜ਼ਫਰਨਾਮਾ ਇਕਾਂਗੀ ਵਿੱਚ ਕਿਸ ਦੀ ਰਚਨਾ ਹੈ? ਡਾਕਟਰ ਹਰਚਰਨ ਸਿੰਘ ਦੀ। ਠੀਕ ਹੈ ਨਾ। ਔਰੰਗਜ਼ੇਬ ਦੀ ਜ਼ਮੀਰ ਕੀ ਪੜ੍ਹ ਕੇ ਕੰਬ ਗਈ ਸੀ? ਜ਼ਫਰਨਾਮਾ। ਗੁਰੂ ਜੀ ਨੇ ਇੰਨਾ ਜ਼ਫਰਨਾਮਾ ਲਿਖਿਆ ਸੀ, ਉਸ 'ਚ ਉਹਨੂੰ ਲਾਹਨਤਾਂ ਪਾਈਆਂ ਸੀਗੀਆਂ, ਅਤੇ ਉਹਨੂੰ ਅੰਦਰੋਂ ਆਪ ਰਿਅਲਾਈਜ਼ ਹੋ ਗਿਆ ਵੀ ਹਾਂ ਯਾਰ ਜੋ ਮੈਂ ਕੀਤਾ ਨਾ ਸੱਚੀ ਬਹੁਤ ਗਲਤ ਕੀਤਾ। ਮੈਂ ਮੁਸਲਮਾਨ ਧਰਮ ਦੇ ਜਿਹੜਾ ਪ੍ਰਚਾਰ ਮਤਲਬ ਉਹਨੂੰ ਵਧਾਉਣਾ ਚਾਹੁੰਦਾ ਸੀ, ਕਿਉਂਕਿ ਉਹ ਫੋਰਸਫੁਲ ਕਨਵਰਜਨਸ ਕਰਾ ਦਿੰਦਾ ਸੀਗਾ। ਉਹ ਕਹਿੰਦਾ ਸੀ ਜਾਂ ਤਾਂ ਮੁਸਲਮਾਨ ਬਣ ਜਾਓ ਤਾਂ ਜਾਂ ਤੁਹਾਡੇ ਕੋਲ ਕੀ ਹੈ? ਮੌਤ ਹੈ। ਠੀਕ ਹੈ ਨਾ। ਤੁਸੀਂ ਫਿਰ ਇਸੇ ਕਰਕੇ ਕਾਫੀ ਗੁਰੂ ਸਾਹਿਬਾਨ ਸ਼ਹੀਦ ਵੀ ਹੋਏ ਸੀ, ਫੋਰ ਐਗਜ਼ਾਮਪਲ ਗੁਰੂ ਤੇਗ ਬਹਾਦਰ ਜੀ। ਠੀਕ ਹੈ ਨਾ। ਤਾਂ ਜ਼ਫਰਨਾਮਾ 'ਚ ਜਿਹੜੇ ਉਹਨੇ ਲਾਹਨਤਾਂ ਪਾਈਆਂ ਵੀ ਤੂੰ ਇਹ ਇੱਕ ਧਰਮ ਨੂੰ ਇੰਨਾ ਜ਼ਿਆਦਾ ਮੰਨਦਾ ਅਤੇ ਉਹ ਦੂਸਰੇ ਪਾਸੇ ਤੂੰ ਉਹਦੀਆਂ ਝੂਠੀਆਂ ਵੀ ਕਸਮਾਂ ਖਾ ਲੈਂਦਾ। ਠੀਕ ਹੈ। ਅਤੇ ਗਲਤ ਹੈ। ਉਸ 'ਚ ਉਹਦੀ ਸੱਚੀ ਜ਼ਮੀਰ ਪੜ੍ਹ ਕੇ ਰੂਹ ਕੰਬ ਗਈ ਸੀ, ਅਤੇ ਮਤਲਬ ਜ਼ਫਰਨਾਮਾ ਲਿਖਿਆ ਇਸ ਤਰੀਕੇ ਨਾਲ ਗਿਆ ਸੀਗਾ ਵੀ ਲਾਹਨਤਾਂ ਉਹਨੂੰ ਪੈਣ, ਉਹਨੂੰ ਪੂਰੀ ਆਪਦੀ ਬੇਸ਼ਰਮੀ ਮਹਿਸੂਸ ਹੋਵੇ। ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਨੇ ਲਿਖਿਆ ਸੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਅਸਦ ਖਾਨ ਔਰੰਗਜ਼ੇਬ ਦਾ ਕੌਣ ਸੀ? ਦੋਸਤ। ਆਲਾ ਅਹਿਲਕਾਰ ਅਤੇ ਉਹਦਾ ਦੋਸਤ ਸੀਗਾ। ਠੀਕ ਹੈ ਨਾ, ਦੋਸਤ ਵੀ ਸੀ ਔਰੰਗਜ਼ੇਬ ਦਾ। ਤਾਂ ਦਿਸ ਵਾਜ਼ ਆਵਰ ਸੋਲਿਊਸ਼ਨ ਆਫ ਸੈਂਪਲ ਪੇਪਰ ਆਫ CBS ਸੈਂਪਲ ਪੇਪਰ ਮੈਂ ਦੁਬਾਰਾ ਕਹਿਤਾ, ਜਿਹੜਾ ਬੋਰਡ ਦਾ ਪੇਪਰ ਹੀ ਆਇਆ ਸੀ, ਬੋਰਡ ਪੇਪਰ ਆਫ ਟਰਮ 1। ਤਾਂ ਇਹੀ ਇਹਦੇ ਮੋਸਟ ਪ੍ਰੋਬੇਬਲ ਸੋਲਿਊਸ਼ਨ ਹੈ। ਪੇਪਰ ਵਾਜ਼ ਕੁਆਇਟ ਔਨ ਦ ਈਜ਼ੀਅਰ ਸਾਈਡ। ਠੀਕ ਹੈ। ਤਾਂ ਆਈ ਥਿੰਕ ਜੋ ਵੀ ਵੀਡੀਓਜ਼ ਦੇਖ ਰਹੇ ਆ ਕਾਫੀ ਵਧੀਆ ਸਕੋਰ ਕਰ ਲੈਣਗੇ, ਪਰਸੈਂਟੇਜ ਤੁਹਾਡੀ ਇੰਪਰੂਵ ਹੋ ਜਾਊਗੀ। ਥੈਂਕ ਯੂ, and please like and share and subscribe the video if you like really. And I have also posted other videos on science and other experiments. That's why I have named my channel CBSE Science Experiment. So please follow me, subscribe me, and hit the like button. Please.